ਸਤਿ ਸ਼੍ਰੀ ਅਕਾਲ ਤੇ ਸਭ ਨੂੰ ਪ੍ਰੇਮ ਭਰਾ ਨਮਸਕਾਰ। ਮੈਂ ਨੀਤੂ ਮਨਚੰਦਾ PSSM ਬਲੇਸਿੰਗ ਆਡੀਓ ਟੀਮ ਦੇ ਵੱਲੋਂ ਆ। ਅੱਜ ਮੈਂ ਇਸ ਆਡੀਓ ਵਿੱਚ ਤੁਹਾਡੇ ਸਭ ਦੇ ਨਾਲ ਸਾਡੇ ਪਿਆਰੇ ਪਿਤਾਮਾ ਬ੍ਰਹਮ ਰਿਸ਼ੀ ਪਤਰੀ ਜੀ ਦੁਆਰਾ ਲਿਖੀ ਕਿਤਾਬ ਕਰਮ ਸਿਧਾਂਤ ਤੋਂ ਅਗਲਾ ਅਧਿਆਇ ਕਰਮ ਯੋਗ ਦੇ ਬਾਰੇ ਵਿੱਚ ਜਾਣਕਾਰੀ ਸ਼ੇਅਰ ਕਰਾਂਗੀ। ਪਿਤਾਮਾ ਲਿਖਦੇ ਨੇ, ਮਨ ਵਿੱਚ ਸਥਿਤ ਗਿਆਨ ਪੱਥਰ ਵਿੱਚ ਛਿਪੀ ਅੱਗ ਦੀ ਤਰ੍ਹਾਂ ਹੁੰਦਾ ਹੈ। ਪੱਥਰ ਨੂੰ ਘਿਸ ਕੇ ਅੱਗ ਨੂੰ ਜਗਾਉਣਾ ਹੈ। ਇਸ ਤਰ੍ਹਾਂ ਹੀ ਮਨ ਦੇ ਰਸਤੇ ਤੋਂ ਗਿਆਨ ਵਿੱਚ ਆਣਾ ਹੈ। ਯਾਨੀ ਜਿਸ ਤਰ੍ਹਾਂ ਪੱਥਰ ਨੂੰ ਆਪਸ ਵਿੱਚ ਰਗੜ ਕੇ ਅੱਗ ਨੂੰ ਜਗਾਇਆ ਜਾਂਦਾ ਹੈ, ਉਸੇ ਹੀ ਤਰ੍ਹਾਂ ਹਰ ਪਲ ਆਪਣੇ ਅੰਦਰ ਛਿਪੇ ਗਿਆਨ ਨੂੰ ਪ੍ਰਗਟ ਕਰ ਸਕਦੇ ਹਾਂ। ਜੇ ਅਸੀਂ ਸ਼ਾਂਤ ਰਹਿ ਕੇ ਧੈर्य ਨਾਲ ਨਿਰੀਖਣ ਕਰਾਂਗੇ ਤੇ ਸਾਨੂੰ ਪਤਾ ਲੱਗਦਾ ਹੈ ਕਿ ਸੁੱਖ ਦੁੱਖ, ਹੱਸਣਾ ਰੋਣਾ, ਸ਼ਾਪ ਆਸ਼ੀਰਵਾਦ, ਪ੍ਰਸ਼ੰਸਾ ਨਿੰਦਾ, ਮੰਦ ਹਾਸੇ ਆਂਸੂ ਸਭ ਕੁਝ ਸਾਡੇ ਅੰਦਰ ਤੋਂ ਹੀ ਪ੍ਰਗਟ ਹੁੰਦੇ ਹਨ। ਇਨ ਸਭੀ ਦਾ ਰਿਜ਼ਲਟ ਹੀ ਸਾਡੀ ਕਰੰਟ ਪ੍ਰੈਜੈਂਟੇਸ਼ਨ ਹੈਗੀ। ਇਹ ਸਾਰੀ ਘਟਨਾਵਾਂ ਹੀ ਕਰਮ ਕਹਿਲਾਉਂਦੀਆਂ ਹਨ। ਆਤਮਾ ਵਿੱਚ ਸਥਿਤ ਗਿਆਨ ਤੇ ਸ਼ਕਤੀ ਦੀ ਖੋਜ ਕਰਨ ਵਾਲੇ ਹਰ ਫਿਜ਼ੀਕਲ ਤੇ ਮੈਂਟਲ ਅਟੈਕ ਹੀ ਕਰਮ ਹਨ। ਸੰਸਾਰ ਵਿੱਚ ਪੈਦਾ ਹੋਏ ਮਹਾਸੰਕਲਪ ਬਲੀ ਸ਼ੂਰਵੀਰ, ਜਿਨ੍ਹਾਂ ਦੇ ਵਿੱਚ ਆਪਣੇ ਸੰਕਲਪ ਸ਼ਕਤੀ ਨਾਲ ਸਾਰੇ ਸੰਸਾਰ ਨੂੰ ਉਥਲ ਪੁਥਲ ਕਰ ਸਕਣ ਦੀ ਸ਼ਮਤਾ ਹੈਗੀ, ਉਹ ਬਹੁਤ ਸ਼ਕਤੀਸ਼ਾਲੀ ਹਨ। ਉਹਨਾਂ ਨੇ ਕਈ ਸਾਲ ਤੱਕ ਆਪਣੀ ਸਾਧਨਾ ਕਰਕੇ ਸੰਕਲਪ ਬਲ ਪ੍ਰਾਪਤ ਕੀਤਾ ਹੈ। ਬਿਨਾਂ ਮਿਹਨਤ ਕੀਤੇ ਕਿਸੇ ਨੂੰ ਕੁਝ ਨਹੀਂ ਲੱਭਣਾ, ਇਹ ਅਟਲ ਨਿਯਮ ਹੈਗਾ। ਸਾਡੀ ਵਰਤਮਾਨ ਸਥਿਤੀ ਸਾਡੇ ਪਾਸ ਦਾ ਪਿਛਲੇ ਕਰਮਾਂ ਦਾ ਫਲ ਹੈਗਾ। ਹੁਣ ਜੋ ਅਸੀਂ ਭਵਿੱਖ ਵਿੱਚ ਪਾਣਾ ਚਾਹੁੰਦੇ ਹਾਂ, ਉਹ ਵਰਤਮਾਨ ਕਰਮਾਂ ਦੇ ਫਲਸਵਰੂਪ ਮਿਲੂਗਾ, ਇਹ ਵੀ ਨਿਸ਼ਚਿਤ ਹੈਗਾ। ਕਰਮ ਨੂੰ ਤੇ ਨਿਭਾਉਣਾ ਹੀ ਪੈਂਦਾ ਹੈ। ਕੁਸ਼ਲਤਾ ਨਾਲ ਸ਼ਾਸਤਰੀ ਦ੍ਰਿਸ਼ਟੀ ਤੋਂ ਕਰਮ ਦਾ ਨਿਭਾ ਕਰਨ ਨੂੰ ਹੀ ਕਰਮਯੋਗ ਕਹਿੰਦੇ ਹਨ। ਭਗਵਦ ਗੀਤਾ ਵਿੱਚ ਵੀ ਇਸ ਤਰ੍ਹਾਂ ਹੀ ਦੱਸਿਆ ਗਿਆ ਹੈ। ਨਿਰਵਾਹਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਜਾਣ ਕੇ ਪੱਕੇ ਤੌਰ ਤੋਂ ਉਹਦਾ ਫਾਇਦਾ ਮਿਲੂਗਾ। ਸ਼ੁਰੂ ਤੋਂ ਹੀ ਨਿਸਵਾਰਥ ਭਾਵ ਨਾਲ ਹੀ ਸਾਰੇ ਕੰਮ ਕਰਦੇ ਹੋਏ ਕਰਮ ਯੋਗ ਵਿਧੀ ਤੋਂ ਕਰਮ ਦਾ ਨਿਭਾ ਸ਼ੁਰੂ ਕਰਨਾ ਚਾਹੀਦਾ ਹੈ। ਹੁਣ ਇਹ ਪ੍ਰਸ਼ਨ ਉੱਠਦਾ ਹੈ ਕਿ ਸਾਡੇ ਮਨੋਰਥ ਨੂੰ ਪ੍ਰੇਰਿਤ ਕਰਨ ਵਾਲੀ ਸ਼ਕਤੀ ਕਿਹੜੀ ਹੈਗੀ। ਸ਼ੁਰੂ ਵਿੱਚ ਤੇ ਦੋਸਤੋ ਇਹ ਸਵਾਰਥ ਹੀ ਹੈਗਾ। ਫਿਰ ਵੀ ਜਿੱਦ ਦੇ ਨਾਲ ਸਵਾਰਥ ਭਾਵ ਦਾ ਨਾਸ਼ ਕਰਨ ਨਾਲ ਪੱਕੇ ਤੌਰ ਤੋਂ ਇੱਕ ਦਿਨ ਨਿਸਵਾਰਥ ਭਾਵ ਨਾਲ ਕਰਮ ਨਿਭਾ ਦਾ ਸਮੇਂ ਜ਼ਰੂਰ ਆਊਗਾ। ਜੀਵਨ ਯਾਤਰਾ ਵਿੱਚ ਅੱਗੇ ਵਧਦੇ ਹੋਏ ਅਸੀਂ ਜ਼ਰੂਰ ਨਿਸਵਾਰਥੀ ਬਣ ਜਾਵਾਂਗੇ। ਇਸ ਸਥਿਤੀ ਨੂੰ ਪਾ ਕੇ ਸਾਡੀ ਸਾਰੀ ਸ਼ਕਤੀਆਂ ਇਕੱਠੀ ਹੋ ਜਾਵਾਂਗੀ, ਸਹਿਜ ਗਿਆਨ ਵਿਅਕਤ ਹੋਵੇਗਾ। ਨਿਸਵਾਰਥ ਹੋ ਕੇ ਜੀਵਨ ਜੀਣਾ ਸਤਵਗੁਣ ਦਾ ਲੱਛਣ ਹੈਗਾ। ਸਾਂਖਿਆ ਗਿਆਨ ਦੇ ਅਨੁਸਾਰ ਪ੍ਰਕਿਰਤੀ ਵਿੱਚ 3 ਸ਼ਕਤੀਆਂ ਹਨ। ਸੰਸਕ੍ਰਿਤ ਵਿੱਚ ਉਹਨਾਂ ਨੂੰ ਸਤਵ ਰਜ ਤਮਸ ਕਹਿੰਦੇ ਹਨ। ਅੰਧਕਾਰ ਅਥਵਾ ਨਿਰਵਿਆਪਾਰਤ ਯਾਨੀ ਮਾਰ ਕਾਟ ਗਲਤ ਮਾਰਗ, ਇਹ ਤਮੋਗੁਣ ਦਾ ਲੱਛਣ ਹੈਗਾ। ਰਾਗ ਦਵੇਸ਼ ਦੇ ਰੂਪ ਵਿੱਚ ਵਿਅਕਤ ਹੋਣ ਵਾਲੀ ਸਵਿਆਪਾਰਤ ਸਥਿਤੀ ਰਜੋਗੁਣ ਦਾ ਲੱਛਣ ਹੈਗਾ। ਆਵਸ਼ਕਤਾ ਦੇ ਅਨੁਸਾਰ ਦੋਨੋਂ ਗੁਣਾਂ ਦਾ ਸਮਭਾਵ ਯਾਨੀ ਸਵਿਆਪਾਰਤ ਤੇ ਨਿਰਵਿਆਪਾਰਤ ਦੀ ਸਾਮਿਆਵਸਥਾ ਸਤਵਗੁਣ ਦਾ ਲੱਛਣ ਹੈਗਾ। ਖੁਦ ਦੇ ਅੰਦਰ ਵਿਰੋਧ ਦੀ ਭਾਵਨਾ ਦਾ ਖਤਮ ਹੋ ਜਾਣਾ ਸੱਤੇ ਦੀ ਖੋਜ ਦੀ ਔਰ ਪਹੁੰਚਣ ਦੀ ਇੱਕ ਸੀੜੀ ਹੈਗੀ। ਇਹ ਸਮਝਣ ਵਾਲਾ ਹੀ ਕਰਮਯੋਗੀ ਹੈਗਾ। ਇਸ ਮਹਾਂਦਸ਼ਾ ਨੂੰ ਪਾਉਣ ਲਈ ਤੇ ਔਰ ਪੁਰਸ਼ਾਰਥ ਕਰਨ ਲਈ ਸ਼ੁਰੂ ਵਿੱਚ ਸਾਰੀ ਬੁਰਾਈਆਂ ਦਾ ਸਾਹਮਣਾ ਕਰਨਾ ਹੀ ਤੇ ਵਿਰੋਧ ਕਰਨਾ ਹੀ ਉਹਦਾ ਫਰਜ਼ ਹੈਗਾ। ਇਸ ਲਈ ਉਹਨੂੰ ਬੁਰਾਈਆਂ ਦਾ ਵਿਰੋਧ ਕਰਨ ਲਈ ਸਟਰਗਲ ਕਰਨ ਦਿਓ। ਅੰਤ ਵਿੱਚ ਉਹਦੀ ਸਮਝ ਵਿੱਚ ਆ ਜਾਵੇਗਾ ਕਿ ਦੂਜਿਆਂ ਨੂੰ ਸੁਧਾਰਨ ਦੀ ਬਜਾਏ ਖੁਦ 'ਤੇ ਧਿਆਨ ਦੇਣਾ ਚਾਹੀਦਾ ਹੈ। ਤਾਂ ਹੀ ਉਹਦਾ ਰੈਜ਼ਿਸਟੈਂਸ ਵੀ ਖਤਮ ਹੋਵੇਗਾ। ਤੁਹਾਨੂੰ ਤੁਹਾਡੀ ਸਾਰੀ ਇੱਛਾਵਾਂ ਤੇ ਵਾਸਨਾ ਦੀ ਪੂਰਤੀ ਕਰ ਲੈਣੀ ਚਾਹੀਦੀ ਹੈ। ਇੱਛਾ ਪੂਰਤੀ ਹੋ ਜਾਣ ਦੇ ਬਾਅਦ ਇੱਕ ਦਿਨ ਤੁਹਾਨੂੰ ਆਪੇ ਸਮਝ ਆ ਜਾਵੇਗਾ ਕਿ ਇਹ ਸਭ ਤੁੱਛ ਵਿਸ਼ੇ ਹਨ। ਜੇ ਤੁਸੀਂ ਇੱਛਾਵਾਂ ਨੂੰ ਦਬਾਉਂਦੇ ਤੇ ਰੋਕਦੇ ਰਹੋਗੇ, ਆਤਮ ਸਮਰਪਣ ਸਰੈਂਡਰ ਦੀ ਸਥਿਤੀ ਪ੍ਰਾਪਤ ਨਹੀਂ ਕਰ ਪਾਓਗੇ। ਇੱਛਾਵਾਂ ਦੀ ਪੂਰਤੀ ਕਰੋਗੇ ਤੇ ਮਨ ਪੂਰਨ ਤੇ ਅਸ਼ਾਂਤ ਹੋ ਕੇ ਆਤਮ ਸਮਰਪਣ ਦੀ ਸਥਿਤੀ ਮਿਲਣੀ ਸਰਲ ਹੈਗੀ। ਹਰ ਕਿਸੇ ਨੂੰ ਆਪਣੇ ਨਿੱਜੀ ਆਦਰਸ਼ ਦਾ ਅਵਲੰਬਨ ਕਰਕੇ ਹੀ ਉਹਨੂੰ ਸਾਦੇ ਬਣਾਉਣ ਵਾਸਤੇ ਸਾਧਨਾ ਕਰਨ
ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਦੇ ਵੀ ਦੂਜਿਆਂ ਦੇ ਆਦਰਸ਼ ਨੂੰ ਸਾਧਾ ਨਹੀਂ ਜਾ ਸਕਦਾ, ਇਸ ਲਈ ਆਪਣੇ ਆਦਰਸ਼ ਦੀ ਸਾਧਨਾ ਹੀ ਸਭ ਤੋਂ ਸਹੀ ਰਸਤਾ ਹੈਗਾ। ਕਿਸੇ ਦੇ ਆਦਰਸ਼ ਦਾ ਮਖੌਲ ਉਡਾਉਣਾ ਸਾਨੂੰ ਨਹੀਂ ਚਾਹੀਦਾ, ਸਾਨੂੰ ਕੋਈ ਹੱਕ ਨਹੀਂ ਹੈ। ਹਰ ਕਿਸੇ ਨੂੰ ਆਪਣੇ ਖੁਦ ਦੇ ਆਦਰਸ਼ ਦੀ ਸਾਧਨਾ ਕਰਨ ਦਾ ਪ੍ਰਯਾਸ ਕਰਨਾ ਚਾਹੀਦਾ ਹੈ। ਹਮੇਸ਼ਾ ਕਰਮ ਤੋਂ ਅਨਅਟੈਚਡ ਹੋ ਕੇ ਆਪਣੇ ਕਰਤੱਵ ਧਰਮ ਦਾ ਪਾਲਨ ਕਰਦੇ ਹੋਏ ਕਰਮ ਫਲ ਨੂੰ ਈਸ਼ਵਰ ਨੂੰ ਅਰਪਣ ਕਰਨਾ ਚਾਹੀਦਾ ਹੈ। ਮਾਂ ਪਿਓ, ਬੱਚੋ, ਪਤਨੀ ਗਰੀਬ ਨੂੰ ਖਿਲਾਏ ਬਿਨਾਂ ਗ੍ਰਸਤ ਭੋਜਨ ਕਰੇ ਤਾਂ ਇਹ ਪਾਪ ਹੈਗਾ। ਇਸ ਸਰੀਰ ਨੂੰ ਮਾਤਾ ਪਿਤਾ ਨੇ ਜਨਮ ਦਿੱਤਾ ਹੈ, ਇਸ ਲਈ ਲੱਖ ਕਸ਼ਟ ਸਹਿ ਕੇ ਵੀ ਮਾਤਾ ਪਿਤਾ ਦੀ ਭਲਾਈ ਕਰਨਾ ਆਪਣੇ ਕਰਤੱਵ ਦਾ ਪਾਲਨ ਕਰਦੇ ਹੋਏ ਤੁਸੀਂ ਨਵੇਂ ਕਰਮ ਤੋਂ ਦੂਰ ਰਹਿ ਪਾਵੋਗੇ। ਨਾਲੇ ਜਿਸ ਦਿਨ ਤੁਸੀਂ ਪੂਰਨ ਰੂਪ ਤੋਂ ਆਤਮ ਸਾਧਨਾ ਵਿੱਚ ਬਿਤਾਓਗੇ, ਉਸ ਇੱਕ ਦਿਨ ਵਿੱਚ ਹੀ ਅਸਾਧਾਰਨ ਪਰਿਣਾਮ में ਕਰਮ ਨੂੰ ਚੁਕਾ ਕੇ ਤੁਸੀਂ ਕਰਮ ਨੂੰ ਮਿਟਾ ਪਾਵੋਗੇ। ਕੁਝ ਚਿਰ ਬਾਅਦ ਤੁਹਾਡੇ ਇਸ ਜੀਵਨ ਦੇ ਮੁੱਖ ਉਦੇਸ਼ ਨੂੰ ਪਛਾਣ ਕੇ ਉਸ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਮਿਲੇਗੀ। ਇਹ ਗੱਲ ਤੁਸੀਂ ਸਮਝ ਜਾਵੋਗੇ। ਨਿਸ਼ਚਿਤ ਰੂਪ ਤੋਂ ਗ੍ਰਸਤ ਨੂੰ ਇਸ ਤਰ੍ਹਾਂ ਧਰਮ ਦਾ ਪਾਲਨ ਕਰਨਾ ਚਾਹੀਦਾ ਹੈ। 4 ਸਾਲ ਤੱਕ ਬੇਟੇ ਨੂੰ ਪ੍ਰੇਮ ਨਾਲ ਪਾਲਣਾ ਚਾਹੀਦਾ ਹੈ। 16 ਸਾਲ ਤੱਕ ਵਿਦਿਆ ਵਿਨੈ ਸਿਖਾਉਣਾ ਚਾਹੀਦਾ ਹੈ। 20 ਸਾਲ ਦੀ ਆਯੂ ਵਿੱਚ ਕਿਸੇ ਤਰ੍ਹਾਂ ਦੀ ਨੌਕਰੀ ਜਾਂ ਜੀਵਿਕਾ ਉਪਾਰਜਨ ਦੇ ਵਿੱਚ ਪ੍ਰਵੇਸ਼ ਕਰਾਉਣਾ ਚਾਹੀਦਾ ਹੈ। ਉਸ ਦੇ ਬਾਅਦ ਪਿਤਾ ਨੂੰ ਪ੍ਰੇਮ ਨਾਲ ਉਹਨੂੰ ਆਪਣੇ ਸਮਾਨ ਦੇਖਣਾ ਚਾਹੀਦਾ ਹੈ, ਮਿੱਤਰ ਦੇ ਸਮਾਨ ਵਿਵਹਾਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਹੀ ਬੇਟੀ ਨੂੰ ਵੀ ਪਾਲ ਪੋਸ ਕੇ ਵਿਦਿਆ ਵਿਨੈ ਸਿਖਾਉਣਾ ਚਾਹੀਦਾ ਹੈ। ਵਿਵਾਹ ਦੇ ਵਕਤ ਪਿਤਾ ਨੂੰ ਉਹਨੂੰ ਮਾਨ ਸਨਮਾਨ, ਧਨ ਆਭੂਸ਼ਣ ਉਪਹਾਰ ਦੇ ਕਰ ਵਿਦਾ ਕਰਨਾ ਚਾਹੀਦਾ ਹੈ। ਕਰਮ ਨੂੰ ਚੁਕਾ ਕੇ ਉન્નਤ ਲੋਕੋ ਵਿੱਚ ਤੁਸੀਂ ਇਹ ਸਮਝੋ ਕਿ ਆਤਮਾ ਉੱਥੇ ਅਧਿਕ ਉન્નਤੀ ਲਈ ਹਰ क्षण ਕਾਰਜ ਕਰਨ ਲਈ ਤਿਆਰ ਹੁੰਦੀ ਹੈ। ਤੁਹਾਨੂੰ ਇਸ ਤਰ੍ਹਾਂ ਹੀ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਹੈ। ਜੇ ਗੌਰ ਕੀਤਾ ਜਾਵੇ ਤੇ ਆਤਮਾ ਦੀ ਉન્નਤੀ ਲਈ ਕੋਸ਼ਿਸ਼ ਕਰਦੇ ਹੋਏ ਉਸ ਵਿਅਕਤੀ ਦੀ ਜ਼ਿੰਮੇਵਾਰੀਆਂ ਵੀ ਵਧਣਗੀਆਂ, ਲੇਕਿਨ ਉਹ ਉਹਨਾਂ ਨੂੰ ਖੁਸ਼ੀ ਨਿਭਾਵੇਗਾ, ਸੁੱਖ ਅਨੁਭਵ ਕਰੇਗਾ। ਭੂਲੋਕ ਵਿੱਚ ਜ਼ਿਆਦਾਤਰ ਲੋਕ ਕੰਮ ਕਰਨ ਤੋਂ ਦੂਰ ਹੀ ਨੱਸਦੇ ਹਨ ਜਾਂ ਬਹੁਤ ਕਸ਼ਟ ਉਠਾਉਂਦੇ ਹਨ। ਉન્નਤ ਸੂਖਸ਼ਮ ਲੋਕਾਂ ਵਿੱਚ ਕਾਰਜ ਨੂੰ ਪੂਜੇ ਪਵਿੱਤਰ ਭਾਵ ਨਾਲ ਦੇਖਦੇ ਹਨ, ਆਨੰਦ ਅਨੁਭਵ ਕਰਦੇ ਹਨ। ਕੋਈ ਵੀ ਆਲਸੀ ਹੋकर ਸਮੇਂ ਬੇਕਾਰ ਨਹੀਂ ਕਰਦਾ। ਹਰ ਕਿਸੇ ਨੂੰ ਆਪਣੇ ਕੰਮ ਨਾਲ ਪ੍ਰੇਮ ਕਰਨਾ ਚਾਹੀਦਾ ਹੈ। ਆਲਸੀ ਬਣ ਕੇ ਬੇਕਾਰ ਬੈਠੇ ਹੋਏ ਬੇਕਾਰ ਦੇ ਵਿਚਾਰ ਹੀ ਰਚੇਗਾ। ਇਸ ਲਈ ਖੁਦ ਨੂੰ ਪ੍ਰਗਤੀ ਦੇਣ ਵਾਲੇ ਕੰਮ ਵਿੱਚ ਹੀ ਮਸ਼ਗੂਲ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਵੀ ਮਨ ਵੀ ਪ੍ਰਗਤੀਸ਼ੀਲ ਸੋਚ ਨਾਲ ਭਰਾ ਰਹੇਗਾ। ਦੋਸਤੋ, ਅੱਜ ਦੇ ਲਈ ਇੰਨਾ ਹੀ। ਅੱਗੇ ਦੀ ਜਾਣਕਾਰੀ ਅਸੀਂ ਅਗਲੇ ਆਡੀਓ ਵਿੱਚ ਹਾਸਲ ਕਰਾਂਗੇ। ਸ਼ੁਕਰੀਆ, ਧੰਨਵਾਦ।